ਗਲਵੈਨੋਮੀਟਰ ਜਿਹੜਾ ਡਿਵਾਈਸ ਹੋਏਗਾ ਉਹਦੇ ਅੰਦਰ ਵੀ ਸੇਮ ਇਸੇ ਵੇ ਨਾਲ ਇੱਕ ਸਕੇਲ ਜੇ ਆਪਾਂ ਗਲਵੈਨੋਮੀਟਰ ਨੂੰ ਸਲੋਪ ਕਰੀਏ ਸੀ ਕਹਿੰਦੇ ਜੀ ਕੁਝ ਇਸ ਵੇ ਨਾਲ ਗਲਵੈਨੋਮੀਟਰ ਆ ਠੀਕ ਆ ਇਹਦੇ ਸੈਂਟਰ 'ਚ ਦਾ 0 ਪੁਆਇੰਟ ਆ ठीक है और यदि स्केल दो साइड्स पे डिफ्लेक्शन दिंदी है डिपेंडिंग अपॉन द डायरेक्शन ऑफ करंट करंट क्लॉकवाइज आ के एंटी क्लॉकवाइज आ ओदे अकॉर्डिंगली दी डिफ्लेक्शन आनी पर जे मैं ਇਹਦੇ ਵਿੱਚ ਵੀ ਚੱਲਾਂ ਤੇ ਬੇਸਿਕਲੀ ਇਸ ਦੇ ਅੰਦਰ ਆ ਡਿਫਾਈਨ ਕਰਦੇ ਕਿ ਇਹਦੇ ਵਿੱਚ ਇੱਕ ਰੈਕਟੈਂਗੂਲਰ ਕੁਆਇਲ ਲੱਗੀ ਹੋਈ ਆ ਇਹਦੇ ਵਿੱਚ ਇੱਕ ਰੈਕਟੈਂਗੂਲਰ ਕੁਆਇਲ ਲੱਗੀ ਹੋਈ ਆ ਔਰ ਇਸ ਰੈਕਟੈਂਗੂਲਰ ਕੁਆਇਲ ਨੂੰ ਤੁਸੀਂ ਮੈਗਨੈਟਿਕ ਫੀਲਡ ਦੇ ਅੰਡਰ ਰੱਖਿਆ ਹੋਇਆ ਇਸ ਰੈਕਟੈਂਗੂਲਰ ਕੁਆਇਲ ਨੂੰ ਮੈਗਨੈਟਿਕ ਫੀਲਡ ਦੇ ਅੰਡਰ ਰੱਖਿਆ ਹੋਇਆ और इस कॉइल ਦੇ ਜਿਹੜੇ ਕੋਈ ਦੋ ਐਂਡ ਨੇ ਠੀਕ ਹੈ ਇਸ ਕॉइल ਦੇ ਦੋ ਐਂਡ ਨੂੰ ਅਸੀਂ ਅੱਗੇ ਸਰਕਟ ਦੇ ਵਿੱਚ ਜੋੜਦੇ ਮਤਲਬ ਤੁਸੀਂ ਗਲਵੈਨੋਮੀਟਰ ਲੈ ਲਓ ਵੋਲਟਮੀਟਰ ਲੈ ਲਓ ਐਮਮੀਟਰ ਲੈ ਲਓ ਸਾਰਿਆਂ ਦੇ ਉੱਤੇ ਅਸੀਂ ਮੰਨਦੇ ਦੋ ਸਕਰੂ ਲੱਗੇ ਹੋਏ ਆ ਜੇ ਲੈਬ 'ਚ ਦੇਖਿਆ ਹੋਵੇ ਕਿਸੇ ਨੇ ਵੋਲਟਮੀਟਰ ਜਾਂ ਗਲਵੈਨੋਮੀਟਰ ਕੋਈ ਵੀ ਡਿਵਾਈਸ ਅਸੀਂ ਕਹਿੰਦੇ ਇਹਦਾ ਐਬੋਨਾਈਟ ਦੀ ਬਾਡੀ ਬਣੀ ਹੁੰਦੀ ਐਬੋਨਾਈਟ ਬਲੈਕ ਕਲਰ ਦੀ ਸ਼ੀਟ ਦੀ ਬਾਡੀ ਬਣੀ ਹੁੰਦੀ ਆ ਔਰ ਉਹਦੇ ਤੇ ਦੋ ਸਕਰੂ ਲੱਗੇ ਹੋਏ ਆ ਉਹਨਾਂ ਦੋ ਸਕਰੂ ਦੇ ਅਕ੍ਰੋਸ ਤੁਸੀਂ ਐਸੇ ਜ ਆਪਣਾ ਜਿਹੜਾ ਸਰਕਟ ਚੋਂ ਤਾਰਾਂ ਆ ਰਹੀਆਂ ਠੀਕ ਹੈ ਉਹਨਾਂ ਤਾਰਾਂ ਨੂੰ ਤੁਸੀਂ ਉਸ ਵੋਲਟਮੀਟਰ ਐਮਮੀਟਰ ਜਾਂ ਗਲਵੈਨੋਮੀਟਰ ਨਾਲ ਜੋੜਦੇ ਹੋ ਇਹਦਾ ਮਤਲਬ ਹੋ ਗਿਆ ਕਿ ਉਸ ਸਰਕਟ ਚੋਂ ਕਰੰਟ ਆ ਕੇ ਐਮਮੀਟਰ 'ਚ ਪਾਸ ਹੋਏਗਾ ਜਾਂ ਗਲਵੈਨੋਮੀਟਰ 'ਚ ਪਾਸ ਹੋਏਗਾ ਇੱਕ ਐਂਡ ਤੋਂ ਪਾਸ ਹੋ ਕੇ ਸਰਕਟ ਚੋਂ ਘੁੰਮ ਕੇ ਦੂਜੇ ਸਕਰੂ ਤੋਂ ਬਾਹਰ ਹੋ ਜੂ ਕਿੰਨਾ ਕਰੰਟ ਆ ਉਹਨੇ ਡਿਫਲੈਕਸ਼ਨ ਤੋਂ ਦੱਸ ਦੇਣਾ ਕਿ ਇੰਨੀ ਗੱਲ ਸਮਝ ਲੱਗੀ यस सर ਹੁਣ ਜਦੋਂ ਉਹ ਡਿਵਾਈਸ ਕੰਮ ਕਰਦਾ ਮੇਨ ਚੀਜ਼ ਉਹਦੇ ਅੰਦਰ ਆਪਾਂ ਇਹ ਬਣਾਉਣ ਲੱਗੇ ਕਿ ਵੀ ਪੁਆਇੰਟਰ ਕਿਦਾਂ ਹਿਲਦਾ ਠੀਕ ਹੈ ਤੇ ਪੁਆਇੰਟਰ ਦੀ ਮੂਵਮੈਂਟ ਨੂੰ ਅਸੀਂ ਐਕਸਪਲੇਨ ਇਹ ਕਹਿ ਕੇ ਕਰਦੇ ਹਾਂ ਕਿ ਜਦੋਂ ਇਸ ਕੁਆਇਲ ਚੋਂ ਕਰੰਟ ਪਾਸ ਹੋਏਗਾ ਨਾ ਇਸ ਕੁਆਇਲ ਦੇ ਉੱਤੇ ਟਾਰਕ ਐਕਟ ਕਰੇਗਾ ਇਸ ਕੁਆਇਲ ਦੇ ਉੱਤੇ ਟਾਰਕ ਐਕਟ ਕਰੇਗਾ ਜਿਹਦੇ ਕਰਕੇ ਕੁਆਇਲ ਜਿਹੜੀ ਹੋਏਗੀ ਜੇ ਆ ਮੈਂ ਆਪਣੇ ਹੱਥ ਨੂੰ ਕੁਆਇਲ ਗਿਣਾ ਜਾਂ ਮੰਨ ਲਓ ਆ ਮੇਰੇ ਕੋਲ ਰੈਕਟੈਂਗੂਲਰ ਕੁਆਇਲ ਆ ਇਹਦੇ ਤੇ ਇੱਕ ਲਾਈਟ weight ਦੀ ਐਲੂਮੀਨੀਅਮ ਪੁਆਇੰਟਰ ਲੱਗਿਆ ਹੁੰਦਾ ਜਦੋਂ ਇਸ ਕੁਆਇਲ ਚੋਂ ਕਰੰਟ ਪਾਸ ਹੋਇਆ ਇਹ ਕੁਆਇਲ ਇੱਧਰ ਨੂੰ ਕਿਸੇ ਪਾਸੇ ਡਿਫਲੈਕਟ ਹੋਈ ਇਹਨੇ ਜਦੋਂ ਡਿਫਲੈਕਟ ਹੋਣਾ ਤੇ ਇਹਦੇ ਉੱਪਰ ਆ ਸਕੇਲ ਜਿਹੜੀ ਪੁਆਇੰਟਰ ਜਿਹੜਾ ਲੱਗਿਆ ਇਹਨੇ ਮੂਵ ਕਰਨਾ ਔਰ ਪੁਆਇੰਟਰ ਇੱਥੇ ਇੱਕ ਸਕੇਲ ਤੇ ਮੂਵ ਕਰਦਾ ਪਿਆ ਇੱਥੇ ਇੱਕ ਸਕੇਲ ਬਣੀ ਉਹਦੇ ਤੇ ਮੂਵ ਕਰਦਾ ਪਿਆ ਕਿੰਨੇ ਪੁਆਇੰਟ ਦੀ ਰੀਡਿੰਗ ਆ ਉਹ ਸਾਨੂੰ ਤੋਂ ਪਤਾ ਲੱਗ ਜਾਂਦਾ ਇਹ ਹੁਣ ਐਸ ਸੱਚ ਅਸੀਂ ਇੰਨੀ ਗੱਲ ਕਰੀਏ ਤੇ ਇਹ ਸਾਰਾ ਜਿਹੜਾ ਅਰੇਂਜਮੈਂਟ ਆ ਇਹਦੇ ਵਿੱਚ ਐਸ ਸੱਚ ਅਸੀਂ ਕਹਿੰਦੇ ਕਿ ਵੀ ਜਿਹੜਾ ਮੇਨ ਰੋਲ ਆਇਆ ਨਾ करंट दे पास होने करके जिहड़ी कॉइल होएगी वो अपनी पोजीशन तो डिफ्लेक्ट होंदी है ते असी उस टॉपिक में बनाने असी उन्होंने ये कह के चलते हैं कि भी टॉर्क कॉइल दे उत्ते एक्ट कीता टॉर्क कॉइल दे उत्ते एक्ट कीता जदों कॉइल नूं मैग्नैटिक फील्ड विच रखिया क्यों मैं गल जोड़दा पिया असी पिछे कल एक टॉपिक पढ़िया सी कि किसी करंट कैरिंग कॉइल दे विचों किसी करंट कैरिंग वायर दे विचों जदों करंट पास करा और ये वायर मैग्नैटिक फील्ड दे अंडर पई होवे इत्थे नॉर्थ पोल आ गया ते साउथ पोल आ गया उहदे अंडर आ मेरा कहंदा जी करंट कैरिंग कंडक्टर पिया ते जदों इचों करंट पास कीता इहने अपना मैग्नैटिक फील्ड बनाना और एक मैग्नैटिक फील्ड तुसीं अप्लाई कीता ये दो तरह के मैग्नैटिक फील्ड की आपस में इंटरैक्शन होने करके ठीक है इस कॉइल के उत्ते मैग्नैटिक फोर्स लगती है जिन्होंने असीं BIL sin थीटा नाल डिफाइन करते वो फोर्स ते लगन करके ठीक है जिसे कहते जी कॉइल च टॉर्क बनता उन्हें सारिया चीज़ां आपां सम अप करके अपने इस टॉपिक च बनाइए तो गल इदां शुरू करन लगे टॉपिक का नाम अपने को आ गया टॉपिक का नाम आ गया जी अपने को टॉर्क एक्टिंग ऑन ए करंट कैरिंग कॉइल ठीक है विच इज प्लेस्ड इन मैग्नेटिक फील्ड आपां शो पे करेंगे अपनी एक रेक्टेंगुलर कॉइल हैगी आ ठीक है बुक दे अंदर जो कीता होया मैं उहदे च थोड़ा तुहानूं दस दिना आ कॉइल दिखाती असीं आ कॉइल दिखा दी और असी इत्थे इस वे ना आ मैग्नैटिक फील्ड लाइनां दिखातीआं ਇਹਦਾ मतलब मैग्नैटिक फील्ड लाइनां ਜਿਹੜੀਆਂ ਡਿਵੈਲਪ ਕੀਤੀਆਂ ਇਹ ਕਿਸੇ ਨਾ ਕਿਸੇ ਮੈਗਨੇਟ ਦੇ ਥਰੂ ਕੀਤੀਆਂ ਤੇ ਅਸੀਂ ਇਹ ਡਿਫਾਈਨ ਕਰਦੇ ਹਾਂ ਕਿ ਇਹਦੇ ਮਤਲਬ ਇੱਥੇ ਮੈਗਨੈਟਿਕ ਪੋਲਸ ਪਏ ਨੇ ਠੀਕ ਹੈ ਔਰ ਇਹਨੇ ਇਸ ਪੂਰੇ ਰੀਜਨ 'ਚ ਆਪਣਾ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ ਔਰ ਇਸ ਮੈਗਨੈਟਿਕ ਫੀਲਡ ਦੇ ਅੰਡਰ ਤੁਹਾਡੀ ਰੈਕਟੈਂਗੂਲਰ ਕੁਆਇਲ ਪਈ ਆ ਠੀਕ ਹੈ ਜਿਹਦੇ ਫੇਸਿਸ ਜਿਹਦੇ ਡਿਫਰੈਂਟ ਐਜਸ ਜਿਹੜੇ ਨੇ वो मैग्नैटिक फील्ड लाइन को डिफरेंट एंगल ते कट करते पे वो जैसे आ चीज़ को फिर इस फिगर को इस वे ना शो अप कर लिया कि जो रेक्टेंगुलर ABCD मेरी कॉइल मैग्नैटिक फील्ड दे विच पई आ ठीक है ते उस मोमेंट ते इहदे अक्रॉस मैग्नैटिक फील्ड लाइनां जो इहनूं कट करके जा रही ठीक है ते इहदे विच असीं आ दिखाने पे जिहड़ी आम DA होएगी जिहड़ी आम इहदी DA आ इहने मैग्नैटिक फील्ड लाइन को थीटा एंगल ते कट कीता
सिमिलरली जे मैं इस लाइन के पैरेलल आ लवां BC आर्म, ठीक है, ते BC आर्म ने भी मैग्नेटिक फील्ड नु थीटा एंगल ते कट कीता, जबकि जेडी आ मेरे कोल वर्टिकल आर्म्स ने ये मैग्नेटिक फील्ड नु परपेंडिकुलर कट कर दियां पईयां। मतलब मैग्नेटिक फील्ड लाइन ते आ आर्म्स जेडियां ने है ना, ये एक दूजे दे परपेंडिकुलर है। मतलब इत्थे एंगल थीटा दी वैल्यू 90 बनदी पई और आ थां ते इनक्लाइंड कॉइल पई आ, ठीक है, और इहदे विच असि कहंदे जो ते एंगल मेरे को थीटा डिफाइंड है। क्या फिगर क्लियर है? Yes, sir. Yes, sir. ਹੁਣ ਆਪਾਂ ਡਿਫਾਈਨ ਕਰਨ ਲੱਗੇ ਹਾਂ ਕਿ ਜਦੋਂ ਇਸ ਰੈਕਟੈਂਗੂਲਰ ਕੁਆਇਲ ਨੂੰ ਮੈਗਨੈਟਿਕ ਫੀਲਡ ਚ ਰੱਖ ਕੇ ਅਸੀਂ ਕਰੰਟ ਨੂੰ ਸਵਿਚ ਔਨ ਕਰੀਏ। ਹੁਣ ਤੁਸੀਂ ਕਿਸੇ ਵੀ ਮੈਕੈਨਿਜ਼ਮ ਦੇ ਨਾਲ ਇਸ ਕੁਆਇਲ ਦੇ ਵਿੱਚ ਕਰੰਟ ਪਾਸ ਔਨ ਕਰਾ ਦਿੱਤਾ, ਜਦੋਂ ਇਸ ਕੁਆਇਲ ਦੇ ਵਿੱਚ ਕਰੰਟ ਪਾਸ ਔਨ ਕਰੇਗਾ ਫਰਮ ਆਰਮ A to B, ठीक है, ਤੇ ਆਪਣੇ ਆਪ ਚ AB ਮੇਰਾ ਇੱਕ ਕੰਡਕਟਰ ਹੋ ਗਿਆ, ਆਪਣੇ ਆਪ ਚ AB ਮੇਰਾ ਇੱਕ ਕੰਡਕਟਰ ਹੋ ਗਿਆ और ਇਹ ਮੈਗਨੈਟਿਕ ਫੀਲਡ ਦੇ ਅੰਡਰ ਆ और ਇਹ ਚੋਂ ਕਰੰਟ ਪਾਸ ਹੋ ਰਿਹਾ, ਤੇ ਇਹਦਾ मतलब आर्म AB will experience some force, यानी इस आर्म AB ਦੇ ਉੱਤੇ कुछ force लगेगी, BC ਤੇ ਲੱਗੂਗੀ, CD ਤੇ ਲੱਗੂ, DA ਤੇ ਲੱਗੂ, यानी ਚਾਰੇ ਆਰਮਸ ਦੇ ਉੱਤੇ ਜਦੋਂ ਫੋਰਸਸ ਲੱਗਣੀਆਂ, ਠੀਕ ਹੈ, ਉਹਨਾਂ ਫੋਰਸਸ ਦੀ ਸਟਰੈਂਥ ਕਿੰਨੀ ਕਿੰਨੀ ਹੋਏਗੀ ਤੇ ਕਿੱਧਰ ਕਿੱਧਰ ਨੂੰ ਹੋਏਗੀ, ਉਹਦੇ ਅਕੋਰਡਿੰਗਲੀ ਆਪਾਂ ਇੱਥੋਂ ਗੱਲ ਸ਼ੁਰੂ ਕਰਨ ਲੱਗੇ ਕਿ ਜਦੋਂ ਐਸਐਚ ਆਰਮ DA ਚੋਂ ਕਰੰਟ ਪਾਸ ਕੀਤਾ ਤੇ ਜਿਹੜਾ ਕਰੰਟ ਇੱਥੋਂ ਪਾਸ ਕਰਦਾ ਪਿਆ ਉਹਦੇ ਤੇ ਜਦੋਂ ਉਸ ਆਰਮ ਤੇ ਫੋਰਸ ਐਕਟ ਕਰੇਗੀ, ठीक है, force on arm DA is given by, ठीक है जी। आप इसके अंदर एक और चीज जड़ी डिफाइन कर लगे, रेक्टेंगुलर कॉइल दी डायमेंशन डिफाइन कर दो, मतलब ਇਹਦੀ लेंथ जड़ी आ ਉਹ ਅਸੀਂ L ਮੰਨਦੇ ਪਏ ਆ ਤੇ ਜਿਹੜੀ ਇਹਦੀ ਬ੍ਰੈਡਥ ਹੋਏਗੀ ਉਹਨੂੰ ਅਸੀਂ B डिफाइन ਕਰਦੇ ਪਏ, ठीक है। रेक्टेंगुलर कॉइल ਆ, लेंथ L होगी, ब्रेडथ ਉਹਦੀ ਅਸੀਂ B ਮੰਨ ਲਈ। ਹੁਣ ਜਦੋਂ ਆਰਮ DA ਵਾਲੀ ਦੇ ਉੱਤੇ ਮੈਂ ਫੋਰਸ ਕੱਢਣੀ ਆ ਤੇ ਆਪਣੇ ਕੋਲ ਫੋਰਸ ਦਾ ਫਾਰਮੂਲਾ ਸੀਗਾ BIL sin थीटा, ठीक है। ਇਸੇ ਚੀਜ਼ ਨੂੰ ਵੈਕਟਰ ਫਾਰਮ ਚ ਪਹਿਲਾਂ ਲਿਖ ਦਵਾਂ ਤੇ ਆਪਾਂ ਇਹਨੂੰ ਇਦਾਂ ਪੜ੍ਹਦੇ ਸੀ IL ਵੈਕਟਰ ਕ੍ਰਾਸ B ਵੈਕਟਰ। ਹੁਣ ਇੱਕ ਵੇਰੀਏਬਲ ਆਪਣਾ ਚੇਂਜ ਹੋ ਗਿਆ, ਲੈਂਥ ਉਸ ਆਰਮ DA ਦੀ ਅਸੀਂ L ਦੀ ਥਾਂ ਤੇ B ਮੰਨੀ ਆ, ਇੱਥੇ IB ਲਿਖ ਦਿੱਤਾ। ਕਲੀਅਰ ਹੈ ਗੱਲ? यस सर। ਹੁਣ ਇਸ ਮੂਵਮੈਂਟ ਤੇ ਜਿਹਨੂੰ ਮੈਂ ਐਕਸਪੈਂਡ ਕਰਕੇ ਲਿਖਾਂ ਤੇ ਅਸੀਂ ਡਿਫਾਈਨ ਕਰ ਰਹੇ ਕਿ ਜੇਕਰ ਮੈਂ IB ਵਾਲੀ ਆਰਮ, ਸਮਝਦਾ ਚੱਲਿਓ, ਜਦੋਂ IB ਵਾਲੀ ਆਰਮ ਆ ਵਾਲੀ ਹੋਏਗੀ ਔਰ ਇਹਨੇ ਮੈਗਨੈਟਿਕ ਫੀਲਡ ਦੇ ਨਾਲ ਇੱਥੇ ਐਂਗਲ ਬਣਾਣਾ, ਤੇ ਅਸੀਂ ਇਹ ਕਿਹਾ ਸੀਗਾ ਕਿ ਇਹਦੇ ਲਈ ਐਸਐਚ ਡਾਇਰੈਕਸ਼ਨ ਜਿਹੜੀ ਹੋਏਗੀ ਮੈਗਨੈਟਿਕ ਫੋਰਸ ਨੂੰ ਕੱਢਣ ਵਾਸਤੇ, ਠੀਕ ਹੈ। ਆਹ ਚੀਜ਼ ਨੂੰ ਦੁਬਾਰਾ ਰਿਪੀਟ ਕਰ ਰਿਹਾ, IB cross B ਰਾਈਟ ਹੈਂਡ ਥੰਬ ਰੂਲ ਦੇ ਅਕੋਰਡਿੰਗਲੀ ਆਪਾਂ ਕ੍ਰਾਸ ਪ੍ਰੋਡਕਟ ਦਾ ਰੂਲ ਲਗਾਉਂਦੇ ਪਏ। क्रॉस प्रोडक्ट का रूल अपना ये सेगा C वेक्टर इक्वल टू A वेक्टर क्रॉस B वेक्टर। जेडे प्लेन च आ दो वेक्टर पए ने, C वेक्टर उस प्लेन दे परपेंडिकुलर है, ठीक है। ਇਹਦੇ ਵਾਸਤੇ ਹੁਣ ਡਾਇਰੈਕਸ਼ਨ ਆਫ ਰੋਟੇਸ਼ਨ ਐਂਟੀ ਕਲੌਕਵਾਈਜ਼ ਆ ਕਿ ਕਲੌਕਵਾਈਜ਼ ਆ, ਉਹਦੇ ਲਈ ਆਪਾਂ ਇਦਾਂ ਦੱਸ ਦੇਵੇਂ ਕਿ ਜੇ DA ਆਰਮ ਜਿਹੜੀ ਹੋਏਗੀ, ਜਿਹੜੀ DA ਆਰਮ ਹੋਏਗੀ ਇਹ ਚ ਜੇ ਕਰੰਟ ਇਧਰ ਨੂੰ ਚੱਲਦਾ ਪਿਆ, ਠੀਕ ਹੈ, ਜਦੋਂ ਕਰੰਟ ਇਸ ਸਾਈਡ ਨੂੰ ਜਾਂਦਾ ਪਿਆ ਤੇ ਆਪਾਂ ਇਹਦਾ ਮੈਗਨੈਟਿਕ ਫੀਲਡ ਦੇ ਨਾਲ ਇਸ ਪੁਆਇੰਟ ਦੇ ਉੱਤੇ ਜੇਕਰ ਐਸਐਚ ਮੈਂ ਇਹਨੂੰ ਰੋਟੇਟ ਕਰਾਣਾ ਤੇ IB ਤੋਂ ਆ ਯਾਨੀ IB ਵਾਲੀ ਲਾਈਨ ਆ ਗਈ, IB ਵਾਲੀ ਲਾਈਨ ਤੋਂ ਜਦੋਂ ਮੈਂ ਐਸਐਚ ਮੈਗਨੈਟਿਕ ਫੀਲਡ ਵੱਲ ਘੁੰਮਣਾ, IB ਵਾਲੀ ਆ ਫਿੰਗਰ ਮੇਰੇ ਵੱਲ ਧਿਆਨ ਦਿਓ, IB ਵਾਲੀ ਲਾਈਨ ਤੋਂ ਜਦੋਂ ਮੈਂ ਮੈਗਨੈਟਿਕ ਫੀਲਡ ਵੱਲ ਘੁੰਮਣਾ, ਮੈਗਨੈਟਿਕ ਫੀਲਡ ਮੇਰਾ ਲੈਫਟ ਟੂ ਰਾਈਟ ਡਾਇਰੈਕਸ਼ਨ ਚ, ਤੇ ਜਦੋਂ IB ਵਾਲੀ ਲਾਈਨ ਤੋਂ ਮੈਂ ਇਸ ਸਾਈਡ ਨੂੰ ਘੁੰਮਾਂਗਾ ਤੇ ਐਂਗਲ ਇਨਵੋਲਵਡ ਮੇਰਾ ਜਿਹੜਾ ਹੋਏਗਾ ਉਹ ਆ ਵਾਲਾ ਐਂਗਲ ਆ ਜਾਣਾ, ठीक है। एंगल इन्वॉल्व मेरा जेड़ा होएगा आ इतना एंगल मेरा मैग्नेटिक फील्ड लाइन दे नाल बन जाना। क्या एंगल समझ लग गया? क्या एंगल दी गल समझ आई? एंगल अपना कितना इन्वॉल्व हो रहा, IB वाली लाइन मेरी आ चलदी पई है, ठीक है। इस IB वाली लाइन तो क्रॉस करके जदों मैं B वाल नू जाना ते जेड़ा एंगल इस वेले इत्थे इन्वॉल्व होएगा वो मेरा एंगल 180 माइनस थीटा आ जू। क्या आ गल समझ आई? यस सर। Yes, sir. ਇਹਦਾ ਮਤਲਬ ਐਂਗਲ ਸਮਝ ਲਿਓ, ਜੇ ਡਾਊਟ ਹੈਗਾ ਮੈਂ ਫੇਰ ਬੋਲ ਰਿਹਾ, ਆਪਾਂ ਐਂਗਲ ਜਦੋਂ ਕੰਸੀਡਰ ਕਰਨੇ ਉਸ ਤੋਂ ਬਾਅਦ ਫੋਰਸ ਦੀ ਡਾਇਰੈਕਸ਼ਨ ਤੇ ਚੱਲਾਂਗੇ। IB ਵੈਕਟਰ ਕ੍ਰਾਸ B ਵੈਕਟਰ ਲਿਖਦੇ ਪਏ ਆ, ਇਹ ਮਤਲਬ ਕਰੰਟ ਐਲੀਮੈਂਟ ਵੈਕਟਰ ਇੱਥੋਂ ਘੁੰਮ ਕੇ ਮੈਗਨੈਟਿਕ ਫੀਲਡ ਵੱਲ ਜਾਣਾ, ਤੇ ਜਦੋਂ ਮੈਂ IB ਤੋਂ ਘੁੰਮ ਕੇ ਮੈਗਨੈਟਿਕ ਫੀਲਡ ਵੱਲ ਜਾਣਾ ਪਿਆ ਤੇ ਐਂਗਲ ਦੀ ਰੋਟੇਸ਼ਨ IB ਤੋਂ B ਵਾਲੇ ਪਾਸੇ ਨੂੰ ਆ ਐਂਗਲ 180 ਮਾਈਨਸ ਥੀਟਾ ਤੇ ਹੋਏਗੀ।
Yes, sir. ਇਹਦਾ ਮਤਲਬ ਜੇ ਮੈਂ ਇਹਨੂੰ ਐਸ ਚ ਮੈਗਨੀਟਿਊਡ ਦੀ ਫਾਰਮ ਚ ਲਿਖਣਾ ਹੋਵੇ ਤੇ we can write f equal to IBD ਕਹਿੰਦਾ ਜੀ sin of 180 minus theta ਆ ਕਲੀਅਰ ਆ Yes, sir. therefore ਜੇ ਇਸ ਫੋਰਸ ਨੂੰ ਨਾਮ ਆਪਾਂ f1 ਦੇ ਦਈਏ ਤੇ ਇਹਦੇ ਵੱਲ f1 ਦੀ ਵੈਲਿਊ sin 180 minus theta sin theta ਹੀ ਹੁੰਦਾ ਇਹਦੇ ਵੱਲ f1 ਦੀ ਵੈਲਿਊ ਆਪਣੀ IBD sin theta ਆ ਜਾਏਗੀ ਇਹ ਇਕੁਏਸ਼ਨ 1 ਬਣ ਗਈ ਹੁਣ ਇਸ ਫੋਰਸ ਦੀ ਡਾਇਰੈਕਸ਼ਨ ਦੀ ਗੱਲ ਕਰਦਾ ਲੇਕਿਨ ਉਸ ਤੋਂ ਪਹਿਲਾਂ ਆਪਾਂ ਆ ਥਰਡ ਆਰਮ BC ਚ ਆ ਜਾਈਏ ਜਦੋਂ ਇਸ ਆਰਮ ਚ ਚੱਲਾਂ ਆ IB ਵੈਕਟਰ ਤੋਂ ਜਦੋਂ ਮੈਂ B ਵੱਲ ਨੂੰ ਰੋਟੇਟ ਕਰਨਾ IB ਵੈਕਟਰ ਵਾਲੀ ਲਾਈਨ ਤੋਂ ਜਦੋਂ ਮੈਂ B ਵੱਲ ਨੂੰ ਰੋਟੇਟ ਕਰਨਾ ਤੇ IB ਤੋਂ B ਵੱਲ ਨੂੰ ਰੋਟੇਸ਼ਨ ਐਂਗਲ ਥੀਟਾ ਤੇ ਹੋਏਗੀ Yes, sir. ਇਹਦਾ ਮਤਲਬ Yes, sir. ਮੈਂ ਇਸ ਆਰਮ ਦੇ ਉੱਤੇ ਫੋਰਸ ਨੂੰ F3 ਨਾਮ ਦੇ ਦਵਾਂ ਇੱਥੇ ਫੋਰਸ F1 ਮੰਨ ਲਾਂਗੇ F2 ਲੈ ਲਾਂਗੇ F3 ਲੈ ਲਾਂਗੇ ਤੇ F4 F1 ਇੱਥੇ ਲਿਖ ਲਈ F3 ਇਹਦੀ ਲਿਖਣ ਲੱਗਿਆ F3 ਦੀ ਵੈਲਿਊ ਵੇਲੇ ਲਿਖਾਂ ਤੇ IBB sin ਥੀਟਾ ਆ ਜਾਊ ਇਹਦਾ ਮਤਲਬ ਹੁਣ F1 ਤੇ F3 ਜਿਹੜੀ ਫੋਰਸ ਆਰਮ DA ਤੇ ਆਰਮ BC ਦੇ ਉੱਤੇ ਲਾਈ ਕਰਦੀ ਪਈ ਇਹ ਦੋਨਾਂ ਫੋਰਸਿਸ ਦੀ ਸਟਰੈਂਥ ਆਪਸ ਵਿੱਚ ਇਕੁਅਲ ਆ ਹੁਣ ਚਲੋ ਇਹਦੀ ਡਾਇਰੈਕਸ਼ਨ ਜੇ ਇਹਦੀ Sir? ਡਾਇਰੈਕਸ਼ਨ ਹਾਂਜੀ सर वो एंगल sin थीटा सेकंड वाली इक्वेशन में कैसे आया सर? IB ਵਾਲੀ ਲਾਈਨ ਆ ਗਈ ਕਰੰਟ ਇਸ ਆਰਮ ਚ ਇਧਰ ਨੂੰ ਜਾਂਦਾ ਪਿਆ IB ਦੀ ਲਾਈਨ ਆ ਜਾਂਦੀ ਵੀ ਤੇ ਜਦੋਂ ਮੈਂ IB ਵਾਲੀ ਲਾਈਨ ਤੋਂ ਘੁੰਮ ਕੇ B ਵੱਲ ਜਾਣਾ ਤੇ ਇਹਦਾ ਮਤਲਬ IB ਦੀ ਲਾਈਨ ਤੋਂ B ਵੱਲ ਮੈਂ ਥੱਲੇ ਨੂੰ ਜਦੋਂ ਮੁੜਿਆ ਤੇ ਉਹ S ਚ IB ਦੀ ਲਾਈਨ ਨੇ B ਵਾਲੀ ਲਾਈਨ ਨਾਲ ਆ ਮੈਗਨੈਟਿਕ ਫੀਲਡ ਵਾਲੀ ਲਾਈਨ ਨਾਲ ਇੱਥੇ ਐਂਗਲ ਥੀਟਾ ਬਣਾਊਗਾ Yes, sir. ਇੱਥੇ ਥੀਟਾ ਆ ਜਾਊਗਾ ਜੀ Okay, sir. ਹੁਣ ਜਦੋਂ ਇਸ ਆਰਮਸ ਦੇ ਉੱਤੇ ਤੁਸੀਂ ਫੋਰਸ ਦੀ ਡਾਇਰੈਕਸ਼ਨ ਦੇਣੀ ਆ ਤੇ ਫੋਰਸ ਦੀ ਡਾਇਰੈਕਸ਼ਨ ਦੇ ਅਕੋਰਡਿੰਗਲੀ ਜਦੋਂ ਆਪਾਂ ਇੱਥੇ ਅਪਲਾਈ ਕਰਾਂਗੇ ਦੋ ਮੈਥਡ ਹੈਗੇ ਜਾਂ ਤਾਂ ਫਲੇਮਿੰਗ ਲੈਫਟ ਹੈਂਡ ਰੂਲ ਲਗਾ ਦਿਓ ਠੀਕ ਹੈ ਜਾਂ ਫਿਰ ਆਪਣੇ ਕੋਲ ਦੂਜਾ ਈਜ਼ੀਅਰ ਮੈਥਡ ਇਸ ਵੇਲੇ ਜਿਹੜਾ ਬਣਦਾ ਉਹ ਕ੍ਰਾਸ ਪ੍ਰੋਡਕਟ ਦਾ ਸਿੰਪਲ ਰੂਲ ਆ ਕ੍ਰਾਸ ਪ੍ਰੋਡਕਟ ਕਹਿੰਦੀ A ਵੈਕਟਰ ਕ੍ਰਾਸ B ਵੈਕਟਰ ਕਰੋਗੇ ਤੇ ਜਿਹੜਾ C ਵੈਕਟਰ ਹੋਏਗਾ ਉਹ ਉਸ ਪਲੇਨ ਦੇ ਪਰਪੈਂਡੀਕੂਲਰ ਇਹਦੇ ਅਕੋਰਡਿੰਗਲੀ ਚੱਲੀਏ ਤਾਂ ਆਪਾਂ ਡਿਫਾਈਨ ਇਦਾਂ ਕਰ ਦਿੰਨੇ ਕਿ ਜੇ ਮੈਂ ਇਸ ਮੂਵਮੈਂਟ ਤੇ ਆ IB ਤੋਂ ਹੱਥ ਨੂੰ ਘੁਮਾਣਾ ਪਿਆ B ਵੱਲ ਨੂੰ ਤੇ ਮੇਰਾ ਥੰਬ ਜਿਹੜਾ ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਬਟ ਸ਼ੁੱਡ ਬੀ ਇਨ ਅਪਵਰਡ ਡਾਇਰੈਕਸ਼ਨ ਆਜੂ Yes, sir. ਆ IB ਦੀ ਲਾਈਨ ਆ ਗਈ ਠੀਕ ਹੈ ਫਿਰ ਰਿਪੀਟ ਕਰ ਰਿਹਾ ਆ IB ਦੀ ਲਾਈਨ ਆ ਗਈ ਮੇਰਾ ਹੱਥ ਜਿਹੜਾ ਵਾ ਠੀਕ ਹੈ ਆ ਪਾਸਾ ਮੇਰਾ IB ਵਾਲੀ ਲਾਈਨ ਬਣ ਗਈ ਔਰ ਮੈਗਨੈਟਿਕ ਫੀਲਡ ਮੇਰਾ ਇਸ ਸਾਈਡ ਨੂੰ ਆ ਤੇ ਜਦੋਂ ਮੈਂ IB ਤੋਂ B ਐਂਟੀ ਕਲੌਕਵਾਈਜ਼ ਘੁੰਮਦਾ ਪਿਆ ਤੇ ਉਸ ਮੂਵਮੈਂਟ ਤੇ ਥੰਬ ਜਿਹੜਾ ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਤੇ ਅਪਵਰਡ ਇਸ ਡਾਇਰੈਕਸ਼ਨ ਚ ਆਜੂ ਕਿ ਐਰੋ ਕਲੀਅਰ ਹੈ ਕਿੱਧਰ ਨੂੰ ਗਿਆ ਫੋਰਸ ਦਾ Yes, sir. ਇਹਦਾ ਮਤਲਬ ਇਸ ਸਾਈਡ ਨੂੰ ਜਿਹੜੀ ਫੋਰਸ ਆ ਗਈ ਉਹਨੂੰ ਅਸੀਂ F ਵੱਲ ਲਿਖ ਦਿੰਨੇ ਇਹਦੇ ਜਦੋਂ ਹੁਣ ਇੱਥੋਂ IB ਤੋਂ B ਵੱਲ ਰੋਟੇਟ ਕਰੀਏ ਇੱਥੇ ਰੋਟੇਸ਼ਨ ਐਂਟੀ ਕਲੌਕਵਾਈਜ਼ ਬਣੀ ਜਦਕਿ ਇੱਥੇ ਰੋਟੇਸ਼ਨ ਜਿਹੜੀ ਉਹ ਮੇਰੀ ਕਲੌਕਵਾਈਜ਼ ਬਣਨੀ ਆ ਇੱਥੇ IB ਤੋਂ ਜਦੋਂ ਮੈਂ B ਵੱਲ ਨੂੰ ਰੋਟੇਟ ਕਰ ਰਿਹਾ ਤੇ IB ਤੋਂ B ਮੈਂ ਕਲੌਕਵਾਈਜ਼ ਰੋਟੇਟ ਕਰੂ ਤੇ ਜੇ ਉੱਥੇ ਐਂਟੀ ਕਲੌਕਵਾਈਜ਼ ਵੇਲੇ ਫੋਰਸ ਅਪਵਰਡ ਗਈ ਆ ਇੱਥੇ ਕਲੌਕਵਾਈਜ਼ ਵੇਲੇ ਫੋਰਸ ਮੇਰੀ ਜਿਹੜੀ ਉਹ ਡਾਊਨਵਰਡ ਆਜੂ ਜਿਹੜੀ F3 ਫੋਰਸ ਹੋਏਗੀ ਉਹ ਡਾਊਨਵਰਡ ਐਕਟ ਕਰੇਗੀ ਪਲੇਨ ਦੇ F1 ਫੋਰਸ ਮੇਰੇ ਪਲੇਨ ਦੇ ਅਪਵਰਡ ਐਕਟ ਕਰੇਗੀ क्या ਇੰਨੀ ਚੀਜ਼ ਕਲੀਅਰ ਆ Yes, sir. Yes, sir. ਹੁਣ ਇਹ ਦੋਨੋਂ ਦੀਆਂ ਦੋਨੋਂ ਫੋਰਸਸ ਜਿਹੜੀਆਂ ਨੇ ਕਹਿੰਦਾ ਜੀ ਇੱਥੇ ਜੇ ਸਟਰੈਂਥ ਵਾਈਜ਼ ਚੱਲਦਾ ਤੇ both the forces are equal and opposite and also these two forces lies along the same line of action ਮੈਂ ਅੱਗੇ ਵੀ ਇਹ ਚੀਜ਼ ਕਈ ਵਾਰੀ ਦੱਸੀ ਆ ਮੇਰੀ ਬਾਡੀ ਤੇ ਦੋ ਫੋਰਸਸ ਲਾਈ ਕਰਦੀਆਂ ਹੁਣ ਇੱਕ ਇੱਥੋਂ ਜਿੱਥੋਂ ਪੈਨ ਅੰਦਰ ਨੂੰ ਦਿਖਾ ਰਿਹਾ ਇਧਰ ਨੂੰ ਇੱਕ ਪਿੱਛੋਂ ਅੱਗੇ ਨੂੰ ਦੋਨੋਂ ਫੋਰਸਸ ਇੱਕੋ ਲਾਈਨ ਦੇ ਅਲੋਂਗ ਲਾਈ ਕਰਦੀਆਂ ਤੇ ਅਸੀਂ ਕਹਿੰਦੇ ਜੀ ਦੋਨੋਂ ਫੋਰਸਸ ਇਕੁਅਲ ਆ ਆਪੋਜ਼ਿਟ ਆ ਤੇ ਸੇਮ ਲਾਈਨ ਤੇ ਆ ਇਸ ਲਈ ਉਹਨਾਂ ਨੇ ਇੱਕ ਦੂਜੇ ਦਾ ਇਫੈਕਟ ਕੈਨਸਲ ਕਰ ਦੇਣਾ ਇਹਦੇ ਨਾਲ ਉਹਦੇ ਨੈਟ ਫੋਰਸ ਤੇ ਨੈਟ ਟਾਰਕ ਦੋਨੋਂ ਜ਼ੀਰੋ ਪਰ ਜੇ ਇੱਕ ਫੋਰਸ ਮੇਰੇ ਰਾਈਟ ਸ਼ੋਲਡਰ ਤੇ ਪਿੱਛੇ ਨੂੰ ਲੱਗਦੀ ਹੋਵੇ ਇੱਕ ਰਾਈਟ ਸ਼ੋਲਡਰ ਤੇ ਅੱਗੇ ਨੂੰ ਇਕੁਅਲ ਲੱਗਦੀ ਹੋਵੇ ਠੀਕ ਹੈ ਇੱਕ ਲੈਫਟ ਤੇ ਅੱਗੇ ਨੂੰ ਲੱਗੀ ਰਾਈਟ ਤੇ ਪਿੱਛੇ ਨੂੰ ਲੱਗੀ ਤੇ ਹੁਣ ਵੀ ਦੋਨੋਂ ਫੋਰਸਸ ਇਕੁਅਲ ਆ ਆਪੋਜ਼ਿਟ ਆ ਪਰ ਲਾਈਨ ਆਫ ਐਕਸ਼ਨ ਡਿਫਰੈਂਟ ਹੋਣ ਕਰਕੇ ਇਹਨਾਂ ਫੋਰਸਸ ਨੇ ਤੁਹਾਡੀ ਕੁਆਇਲ ਨੂੰ ਰੋਟੇਟ ਕਰ ਦੇਣਾ ਉਹੀ ਸੇਮ ਵਰਡ ਇੱਥੇ ਲੈਣ ਲੱਗੇ
कहता जी as f1 and f3 as f1 and f3 being equal and opposite and also along same line of action cancel each other यानी ये चार विचों दो फोर्सेस ते कैंसल हो गईਆਂ जिन्हां ने कॉइल दे उत्ते कोई इफेक्ट नहीं बनाया क्या इना क्लियर है यस सर ਹੁਣ ਜਦੋਂ ਅਸੀਂ ਇਸ ਆਰਮ AB ਤੇ ਚੱਲਾਂਗੇ ਜਾਂ ਇਸ ਆਰਮ CD ਦੇ ਉੱਤੇ ਮੂਵ ਕਰਾਂ ਇੱਥੇ AB ਆਰਮ ਨੇ IL ਵੈਕਟਰ ਨੇ ठीक है IL ਵੈਕਟਰ ਨੇ ਮੈਗਨੈਟਿਕ ਐਂਗਲ ਥੀਟਾ ਬਣਾਇਆ ਇੱਥੇ ਵੀ ਉਹਨੇ ਐਂਗਲ ਥੀਟਾ 90 ਬਣਾਇਆ ਇਹਦਾ ਮਤਲਬ ਜੇ ਮੈਂ ਫੋਰਸ ਲਿਖਾਂ now force on arm AB or CD is given by जे इना दोनों फोर्सेस को डिफाइन करिए जेडी कि मेरी F2 ते F4 बन जाएगी इथे लगन वाली फोर्स नु F2 कह दांगा इथे लगन वाली फोर्स नु F4 कह दो ठीक है दोनों दी स्ट्रेंथ लिखा तो मेरे को BIL sin 90 तो बनूगी क्लियर है यस सर therefore मेरे को F2 ते F4 दी वैल्यू जेडी होएगी वो मेरे को BIL दे इक्वल आ जी इना समय लग गया पहलो बेटा यस सर Yes, sir. sir, ਹੁਣ ਜੇ ਇੱਥੇ ਚਲੀਏ ਹੁਣ ਫਿਰ ਇੱਥੇ ਉਹੀ ਵੇ ਨਾਲ ਰੂਲ ਅਪਲਾਈ ਕਰ ਲਓ ਬੇਸਿਕ ਆਪਾਂ ਰਾਈਟ ਹੈਂਡ ਵਾਲਾ ਰੂਲ ਲਗਾ ਲਓ ਬੇਸਿਕ ਫਲੇਮਿੰਗ ਲੈਫਟ ਹੈਂਡ ਇੱਥੇ ਲੈਫਟ ਹੈਂਡ ਈਜ਼ੀ ਲੱਗ ਜਾਣਾ ਉੱਥੇ ਲੈਫਟ ਹੈਂਡ ਵੇਲੇ ਪਰਪੈਂਡੀਕੂਲਰ ਦੀ ਕੰਡੀਸ਼ਨ ਨਹੀਂ ਬਣ ਰਹੀ ਸੀ ਇਸ ਕਰਕੇ ਉਹ ਨਹੀਂ ਲਾਇਆ ਤੇ ਇੱਥੇ ਪਰ ਈਜ਼ੀ ਵੇ ਨਾਲ ਆਪਣਾ ਆ ਲੱਗਦਾ ਰੂਲ ਕਿ ਜੇ ਮੈਂ ਇਸ ਮੂਵਮੈਂਟ ਤੇ 1 ਸੈਕਿੰਡ ਵੇਟ ਕਰਿਓ ਚਲ ਸੋ ਮਤਲਬ ਇਸ ਇਨਸਟੈਂਟ ਤੇ ਜਿਹੜੀ ਫੋਰਸ ਇਸ ਆਰਮ ਦੇ ਉੱਤੇ ਐਕਟ ਕਰਨੀ ਆ ਜੇ ਆਪਾਂ ਇਹਦੇ ਤੇ ਰੂਲ ਅਪਲਾਈ ਕਰਕੇ ਚੱਲੀਏ अपनी आ फिंगर मैग्नेटिक फील्ड होगी सेकंड फिंगर करंट दी डायरेक्शन ते फिर आ थंब फोर्स आ गया जे मैं इस ते अप्लाई करा ਇਹਦੇ ਵਿੱਚ करंट मेरे को डाउनवर्ड फ्लो करदा ਪਿਆ मैग्नेटिक फील्ड मेरा फॉरवर्ड आ ਤੇ ਇਸ ਆਰਮ ਤੇ ਲੱਗਣ ਵਾਲੀ ਫੋਰਸ ਜਿਹੜੀ ਉਹ ਆਊਟਵਰਡ ਲੱਗੂ ਇਸ ਪਲੇਨ ਆਫ ਕੋਇਲ ਦੇ ਆਊਟਵਰਡ ਫੋਰਸ ਲੱਗੇਗੀ ਠੀਕ ਹੈ ਤੇ ਜੇ ਮੈਂ ਇਹਦੇ ਤੇ ਅਪਲਾਈ ਕਰਾਂ ਮੈਗਨੈਟਿਕ ਫੀਲਡ ਹੁਣ ਵੀ ਫॉरवर्ड ਹੀ ਹੋਏਗਾ करंट मेरा अपवर्ड हो गया ਤੇ ਇਸ ਆਰਮ ਤੇ ਲੱਗਣ ਵਾਲੀ ਫੋਰਸ ਜਿਹੜੀ ਹੋਏਗੀ ਆਪੇ ਰਿਪੀਟ ਕਰ ਰਿਹਾ ਜਦੋਂ ਇਸ ਆਰਮ ਤੇ ਅਪਲਾਈ ਕਰੂੰਗੇ ਇਹ ਚ ਕਰੰਟ ਅਪਵਰਡ ਗਿਆ ਇਹਦੇ ਤੇ ਕਰੰਟ ਅਪਵਰਡ ਗਿਆ ਮੈਗਨੈਟਿਕ ਫੀਲਡ ਫਾਰਵਰਡ ਗਿਆ ਤੇ ਥੰਬ ਮੇਰਾ ਇਸ ਪਲੇਨ ਦੇ ਪਰਪੈਂਡੀਕੂਲਰ ਬਟ ਅੰਦਰ ਨੂੰ ਜਾਂਦਾ ਪਿਆ ਮਤਲਬ ਜੇ ਮੈਂ ਲੈ ਕੇ ਚੱਲਾਂ ਆ ਰੈਕਟੈਂਗੂਲਰ ਕੋਇਲ ਹੋਗੀ ਇਹਦੇ ਅਪਵਰਡ ਤੇ ਡਾਊਨਵਰਡ ਫੇਸ ਤੇ ਜਿਹੜੀ ਫੋਰਸ ਆਈ ਇੱਕ ਉੱਪਰ ਨੂੰ ਤੇ ਇੱਕ ਥੱਲੇ ਨੂੰ ਆਈ ਇਹ ਦੋਨਾਂ ਦਾ ਲਾਈਨ ਆਫ ਐਕਸ਼ਨ ਸੇਮ ਹੋਣ ਕਰਕੇ ਕੈਨਸਲ ਹੋਈਆਂ पर इस आर्म ते फोर्स आउटवर्ड और इस आर्म ते फोर्स इनवर्ड ਇਹਦਾ ਮਤਲਬ ਜੇ ਇਹਦੇ ਤੇ ਫੋਰਸਸ ਇਸ ਵੇ ਨਾਲ ਐਕਟ ਕੀਤੀਆਂ ਇੱਕ ਬਾਹਰ ਨੂੰ ਔਰ ਇੱਕ ਅੰਦਰ ਨੂੰ ਤੇ ਇਹਨਾਂ ਨੇ ਤੁਹਾਡੀ ਕੋਇਲ ਨੂੰ ਰੋਟੇਟ ਕਰ ਦੇਣਾ यस सर yes, sir, Yes, sir. ਇਹਦਾ ਮਤਲਬ ਜਿਹੜੀ ਫੋਰਸ ਮੇਰੇ ਕੋਲ ਇਸ ਮੂਵਮੈਂਟ ਤੇ F2 ਤੇ F4 ਬਣੀ ਸਟਰੈਂਥ ਵਾਈਜ਼ BIL ਆ ਠੀਕ ਹੈ ਬਟ ਇਹਦੀ ਸਟਰੈਂਥ ਨੂੰ ਜੇ ਆਪਾਂ ਡਿਫਾਈਨ ਕਰੀਏ ਤੇ ਇੱਕ ਆਊਟਵਰਡ ਤੇ ਇੱਕ ਇਨਵਰਡ ਹੋਣ ਕਰਕੇ ਅਸੀਂ ਡਿਫਾਈਨ ਨਹੀਂ ਕਰਦੇ कि जेडी नेट फोर्स आ वो तो हुण भी 0 आ जे 5 न्यूटन आ वाली है ते 5 न्यूटन आ इक्वल एंड ओपोजिट आ पर फर्क हैगा लाइन ऑफ एक्शन दा ते लाइन ऑफ एक्शन डिफरेंट होण करके ये फोर्सेस जेडीਆਂ ने कपल ऑफ फोर्स बना के कॉइल ਤੁਹਾਡੀ ਨੂੰ रोटेट ਕਰਨਗੀਆਂ ਕੀ ਗੱਲ ਸਮਝ ਆਈ यस सर yes, sir, डिफाइन कर दो Yes, sir. फोर्सेस ठीक है these two forces being equal and opposite but along the different line of action will form a couple of force which will sorry which will deflect the coil from its position ਇਹਦਾ ਮਤਲਬ ਇਹ
ਇਹਨਾਂ ਦੋ ਫੋਰਸਿਸ ਨੇ ਕੋਇਲ ਦੇ ਉੱਤੇ ਕਹਿੰਦਾ ਜੀ ਟਾਰਕ ਬਿਲਟ ਅਪ ਕਰ ਦਿੱਤਾ ਤੇ ਕੋਇਲ ਆਪਣੀ ਥਾਂ ਤੋਂ ਰੋਟੇਟ ਕਰੇਗੀ। ਦੇਅਰਫੋਰ ਜੇ ਟਾਰਕ ਕੱਢਣਾ ਕੋਇਲ ਦਾ ਸੀ, therefore torque acting on the coil, therefore torque acting on the coil is given by torque ਦਾ ਜਨਰਲ ਫਾਰਮੂਲਾ ਹੁੰਦਾ either force into perpendicular distance between forces। क्या इतना क्लियर जी? Yes sir। ਹੁਣ ਇਸ ਨੂੰ ਆਪਾਂ ਫਰਦਰ ਕੰਟੀਨਿਊ ਕਰਨ ਵਾਸਤੇ ਠੀਕ ਹੈ, ਇਹਦੇ ਅੰਦਰ ਇਸ ਫਿਗਰ ਦੀ ਆਮ ਜਿਹੜੀ ਤੁਹਾਡੇ ਕੋਲ ਐਸਐਚ ਏਡੀ ਆਮ ਆ, ਠੀਕ ਹੈ, ਅਸੀਂ ਇਸ ਕੋਇਲ ਨੂੰ ਜਦੋਂ ਵਿਊ ਕਰਦੇ ਪਏ ਸੀ ਇਹਨੂੰ ਇਦਾਂ ਉੱਪਰੋਂ ਦੀ ਦੇਖਦੇ ਪਏ ਕੋਇਲ, ਯਾਨੀ ਥੱਲੇ ਵੱਲੋਂ ਮੈਂ ਕੋਇਲ ਦੇਖਦਾ ਪਿਆ ਜਿਹੜੀ ਮੈਨੂੰ ਮੈਗਨੈਟਿਕ ਫੀਲਡ ਚ ਘੁੰਮਦੀ ਲੱਗਦੀ ਹੈ। ਉਹ ਕਹਿੰਦਾ ਜੀ ਜਦੋਂ ਟੌਪ ਫੇਸ ਤੋਂ ਮੈਂ ਇਹਦੀ ਇਸ ਆਮ ਏਡੀ ਨੂੰ ਵਿਊ ਕਰਾਂਗਾ ਤੇ ਇਹਦੀ ਇਸ ਆਮ ਦੇ ਐਜ ਤੇ ਅਸੀਂ ਦੋ ਫੋਰਸਸ ਲੈ ਰਹੇ, ਜਿਹੜੀ ਇੱਥੇ ਫੋਰਸ F3 ਆ, ਠੀਕ ਹੈ, ਇਹਨੂੰ A ਪੁਆਇੰਟ ਤੋਂ ਕੰਸੀਡਰ ਕਰੇ, ਜਿਹੜੀ ਇਸ ਆਮ ਤੇ ਫੋਰਸ ਮੇਰੀ ਸੌਰੀ ਜਿਹੜੀ ਇੱਥੇ ਫੋਰਸ F2 ਤੇ ਜਿਹੜੀ ਇੱਥੇ F4 ਆ, ਇਹਨੂੰ ਅਸੀਂ A ਔਰ D ਪੁਆਇੰਟ ਤੋਂ ਦਿਖਾਣੇ ਪਏ। ਇੱਕ ਫੋਰਸ A ਪੁਆਇੰਟ ਤੋਂ ਕਹਿੰਦਾ ਜੀ ਡਾਊਨਵਰਡ ਲਾਈ ਕਰਦੀ ਪਈ, ਇੱਕ ਫੋਰਸ ਇਸ D ਪੁਆਇੰਟ ਤੋਂ ਮੇਰੀ ਅਪਵਰਡ ਲਾਈ ਕਰਦੀ ਪਈ, ਯਾਨੀ ਆ ਦੋ ਫੋਰਸਸ ਮੇਰੀਆਂ ਆ ਗਈਆਂ F4 ਤੇ F2। ਆ ਕਲੀਅਰ ਆ? ਔਰ ਇਹਨੇ ਮੈਗਨੈਟਿਕ ਫੀਲਡ ਦੇ ਨਾਲ ਐਸਐਚ ਐਂਗਲ ਇਸ ਆਮ ਨੇ ਥੀਟਾ ਬਣਾਇਆ ਹੋਇਆ। क्या इना पोर्शन उस ओरिजिनल फिगर दा क्लियर है? यस सर। ਹੁਣ ਇਹਦੇ Yes sir। ਕਰੀਏ, ਇਸ ਆਮ AD ਦੀ ਲੈਂਥ ਅਸੀਂ ਡਿਫਾਈਨ ਕੀਤੀ ਹੋਈ ਹੈ, ਸਾਡੇ ਕੋਲ B ਹੈਗੀ ਹੈ, ਜਿਹੜੀ ਇਹਦੀ ਲੈਂਥ ਮੇਰੇ ਕੋਲ B ਸੀਗੀ, ਤੇ ਜੇ ਮੈਂ ਮੈਗਨੈਟਿਕ ਫੀਲਡ ਵਾਲੀ ਲਾਈਨ ਦੇ ਪੈਰਲਲ ਇੱਥੇ ਇੱਕ ਲਾਈਨ ਡਰਾ ਕਰ ਦਵਾਂ, ਠੀਕ ਹੈ, ਮੈਗਨੈਟਿਕ ਫੀਲਡ ਵਾਲੀ ਲਾਈਨ ਦੇ ਪੈਰਲਲ ਇੱਕ ਲਾਈਨ ਡਰਾ ਕਰ ਲਵਾਂ ਤੇ ਆ ਥੀਟਾ ਦੇ ਨਾਲ ਆ ਵੀ ਐਂਗਲ ਅਲਟਰਨੇਟ ਥੀਟਾ ਆ ਜਾਊ। और इस थीटा ਦੇ ਬਿਹਾਫ ਦੇ ਉੱਤੇ ਜੇ ਮੈਂ ਇਸ ਐਲੀਮੈਂਟ ਨੂੰ ਕਰੰਟ ਐਲੀਮੈਂਟ ਨੂੰ ਸਪਲਿਟ ਕਰਕੇ ਇਹਦੇ ਕੰਪੋਨੈਂਟ ਬਣਾ ਲਵਾਂ ਤੇ ਇਹਦਾ ਇਸ ਸਾਈਡ ਨੂੰ ਕੰਪੋਨੈਂਟ b cos ਥੀਟਾ ਔਰ ਇਧਰ ਨੂੰ ਇਹਦਾ ਜਿਹੜਾ ਪਰਪੈਂਡੀਕੂਲਰ ਕੰਪੋਨੈਂਟ b sin ਥੀਟਾ ਆ ਜੂ। क्या रेजोल्यूशन क्लियर है? Yes, sir. द्वारा Yes बता दो। sir। हाँ जी, रेजोल्यूशन द्वारा एक और बार बता दो। ਅਸੀਂ ਇਹ b ਨੂੰ ਸਪਲਿਟ ਕਰਦੇ ਪਏ, ਜੇ ਮੈਂ b ਦੀ ਰੈਜ਼ੋਲੂਸ਼ਨ ਕਰਾਂ ਤੇ b ਦੇ ਦੋ ਕੰਪੋਨੈਂਟ ਬਣੇ ਆ, ਇੱਕ ਫੋਰਸ ਵਾਲੀ ਲਾਈਨ ਦੇ ਪੈਰਲਲ ਕੰਪੋਨੈਂਟ ਬਣਦਾ ਪਿਆ, ਇੱਕ ਫੋਰਸ ਵਾਲੀ ਲਾਈਨ ਦੇ ਪਰਪੈਂਡੀਕੂਲਰ ਕੰਪੋਨੈਂਟ ਬਣਦਾ ਪਿਆ। ਇਹ ਮੇਰੇ ਦੋ ਕੰਪੋਨੈਂਟ ਜਿਹੜੇ ਆ b ਨੂੰ ਕਰੰਟ ਐਲੀਮੈਂਟ ਵੈਕਟਰ ਕਹਿ ਕੇ ਅਸੀਂ ਸਪਲਿਟ ਕਰਦੇ ਪਏ ਆ। ਕਲੀਅਰ ਆ? वो एंगल थीटा कैसे है था उधर दूसरा वाला ਇਹਦੇ ਨਾ ਆ ਲਾਈਨ ਕਾਕਾ ਤੇ ਆ एंगल। ਲੈਵਲ ਹੈਗੀਆਂ, यस सर पहले है। ਆ ਟ੍ਰਾਂਸਵਰਸਲ ਬਣ ਸਕਦਾ, यस सर। ਆ ਅਲਟਰਨੇਟ ਐਂਗਲ ਹੋ ਸਕਦੇ, यस सर। ਇਸ ਲਈ ਥੀਟਾ ਆਇਆ। ओके सर। ਜੇ ਹੁਣ ਇੱਥੋਂ ਲੈ ਕੇ ਚੱਲੀਏ ਕੰਟੀਨਿਊ ਕਰੀਏ ਇਸ ਗੱਲ ਨੂੰ, ਤੇ ਇਹਦਾ ਮਤਲਬ ਟਾਰਕ ਦਾ ਫਾਰਮੂਲਾ ਜਦੋਂ ਡਿਫਾਈਨ ਕਰਾਂਗੇ ਆਈਦਰ ਫੋਰਸ F2 ਜਾਂ F4 ਚੋਂ ਕੋਈ ਇੱਕ ਲੈ ਲਓ, ਦੋਨਾਂ ਦੀ ਸਟਰੈਂਥ BIL ਆ, ਯਾਨੀ ਆਈਦਰ ਫੋਰਸ ਦੀ ਥਾਂ ਤੇ BIL ਆ ਜਾਏਗਾ, ਔਰ ਪਰਪੈਂਡੀਕੂਲਰ ਡਿਸਟੈਂਸ ਬਿਟਵੀਨ ਦਾ ਟੂ ਫੋਰਸਸ F2 ਤੇ F4 ਜਿਹੜੀਆਂ ਐਂਟੀ ਪੈਰਲਲ ਨੇ, ਇਹਨਾਂ ਦਾ ਪਰਪੈਂਡੀਕੂਲਰ ਡਿਸਟੈਂਸ b cos ਥੀਟਾ ਆ ਜਾਣਾ, ਕਿਉਂਕਿ b sin ਥੀਟਾ ਇਸ ਲਾਈਨ ਦੇ ਅਲੋਂਗ ਆਂਦਾ ਪਿਆ। ਇਹਦਾ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਹੋਏਗਾ ਉਹ ਮੇਰਾ b cos ਥੀਟਾ ਆ ਜੂ। ਇਹਨਾਂ ਕਲੀਅਰ ਹੈ ਸਾਰਿਆਂ ਨੂੰ? Yes sir। ਹੁਣ ਇਹ ਜੋ ਲੈਂਥ ਇਨਟੂ ਬ੍ਰੈਥ ਲਵਾਂ ਤੇ ਇਹ ਮੇਰੀ ਰੈਕਟੈਂਗੂਲਰ ਕੋਇਲ ਦਾ ਏਰੀਆ ਆ ਜੂ। ਇਹਦਾ ਮਤਲਬ ਜਿਹੜਾ ਮੇਰੇ ਕੋਲ ਐਸ ਸੱਚ ਟਾਰਕ ਆਇਆ ਉਹਦੀ ਵੈਲਿਊ BIA ਇਨਟੂ cos ਥੀਟਾ ਆ ਗਿਆ। ਤੇ ਜੇ ਨਾਲੋਂ ਨਾਲ ਅਸੀਂ ਇਹ ਕਹਿ ਦਈਏ ਕਿ ਤੁਹਾਡੀ ਕੋਇਲ ਦੇ ਵਿੱਚ n ਨੰਬਰ ਆਫ ਟਰਨਸ ਨੇ, ਆਪਾਂ ਇੱਕ ਸਿੰਗਲ ਟਰਨ ਦੀ ਗੱਲ ਨਹੀਂ ਕਰਾਂਗੇ, ਕੋਇਲ ਦੇ ਇਦਾਂ ਦੇ ਨੰਬਰ ਆਫ ਟਰਨਸ ਨੇ, ਤੇ देयरफॉर ਟੋਟਲ ਟਾਰਕ ਜਿਹੜਾ ਹੋਏਗਾ, ठीक है, ਜਿਹੜਾ ਟੋਟਲ ਟਾਰਕ ਆਏਗਾ n ਟਰਨਸ ਦੇ ਕਰਕੇ ਉਹ NIAB ਇਨਟੂ cos ਥੀਟਾ ਆ ਜੂ। ਠੀਕ ਹੈ ਜੀ, ਇਹਦੇ ਨਾਲ ਬੇਸਿਕ ਡਿਫਾਈਨ ਕਰ ਦੋ ਫॉर n ਟਰਨਸ। ਇੰਨਾ ਟੋਟਲ ਟਾਰਕ ਜਿਹੜਾ ਕੋਇਲ ਦੇ ਉੱਤੇ ਐਕਟ ਕਰੂਗਾ, ਇੰਨਾ ਸਮੇਂ ਲੱਗਿਆ। यस सर। Yes.
ਜੇ ਆਪਾਂ ਗੱਲ ਫਰਦਰ ਕੰਟੀਨਿਊ ਕਰੀਏ ਤਾਂ ਅਸੀਂ ਇੱਕ ਇਹ ਟਰਮ ਪੜ੍ਹੀ ਆ ਕਿ ਜਦੋਂ ਕੋਇਲ ਚੋਂ ਕਰੰਟ ਪਾਸ ਹੁੰਦਾ ਕੋਇਲ ਵਿਲ ਬਿਹੇਵ ਐਜ਼ ਅ ਮੈਗਨੇਟ ਤੇ ਮੈਗਨੇਟ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੁੰਦੀ। ਆਪਾਂ ਸਰਕੂਲਰ ਕੋਇਲ ਦੇ ਐਕਸਿਸ ਵਾਲੇ ਟੌਪਿਕ ਦੇ ਅੰਦਰ NIA ਨੂੰ ਸੀ ਡਿਫਾਈਨ ਕੀਤਾ ਹੋਇਆ ਮੈਗਨੈਟਿਕ ਡਾਈਪੋਲ ਮੂਵਮੈਂਟ ਹੁੰਦਾ। ਇਹਦਾ ਮਤਲਬ ਜੇ ਮੈਂ ਇੱਥੇ ਨੂੰ ਆ ਸਬਸਟੀਟਿਊਟ ਕਰਦਾ ਪੁੱਟ NIA ਇਕੁਅਲ ਟੂ M ਤੇ देयरफॉर मेरा ਜਿਹੜਾ ਟਾਰਕ ਹੋਏਗਾ ਉਹਦਾ ਫਾਰਮੂਲਾ mb cos θ ਆਜੂ। ਕਲੀਅਰ ਆ? Yes, sir. Yes, sir. ਡਾਈਪੋਲ ਮੂਵਮੈਂਟ ਦੀ सर ਹਾਂਜੀ सर M कैसे है? ਕਾਕਾ ਜੀ ਅਸੀਂ 3rd ਯੂਨਿਟ ਦੇ A ਚੈਪਟਰ ਦੇ ਵਿੱਚ ਪੜਿਆ ਹੋਇਆ ਐਕਸਿਸ ਦੇ ਵੱਲ ਟੌਪਿਕ ਸੀਗਾ ਮੈਗਨੈਟਿਕਲ ਇੰਟੈਂਸਿਟੀ ਔਨ ਐਨੀ ਪੁਆਇੰਟ ਔਨ ਦਾ ਐਕਸਿਸ ਆਫ ਸਰਕੂਲਰ ਕੋਇਲ। ਕੁਝ ਦੱਸਿਆ ਸੀਗਾ ਕਿ ਜਦੋਂ ਕੋਇਲ ਚੋਂ ਕਰੰਟ ਪਾਸ ਹੁੰਦਾ ਤੇ ਜੇ ਕੋਇਲ ਮੈਗਨੇਟ ਬਣਦੀ ਆ ਤੇ ਮੈਗਨੇਟ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੁੰਦੀ ਆ। ਫਾਰਮੂਲੇ ਯਾਦ ਰੱਖਿਆ ਕਰੋ। ਮੈਗਨੈਟਿਕ ਡਾਈਪੋਲ ਮੂਵਮੈਂਟ ਡਿਪੈਂਡ ਕਰਦੀ ਆ ਕੋਇਲ ਦੇ ਨੰਬਰ ਆਫ ਟਰਨਸ ਕਿੰਨੇ ਆ, ਹਰ ਟਰਨ ਦੇ ਵਿੱਚੋਂ ਕਰੰਟ ਕਿੰਨਾ ਵਾ, ਠੀਕ ਹੈ, ਤੇ ਏਰੀਆ ਆਫ ਦਾ ਕੋਇਲ ਕਿੰਨਾ। ਆ ਤਿੰਨ ਫੈਕਟਰ ਜਿਹੜੇ ਨੇ ਇਹਨੂੰ ਅਸੀਂ ਮੈਗਨੈਟਿਕ ਡਾਈਪੋਲ ਮੂਵਮੈਂਟ ਕਹਿੰਦੇ ਆ ਤੇ ਅਸੀਂ ਉਹ ਤਿੰਨੇ ਟਰਮ ਚੁੱਕ ਕੇ ਉਹਨੂੰ m ਵੈਕਟਰ ਨਾਲ ਰਿਪਲੇਸ ਕਰਦੇ ਪਏ। ਕਲੀਅਰ ਆ? यस सर। ਹੁਣ ਟਾਰਕ ਦੇ ਇਸ ਫਾਰਮੂਲੇ ਦੇ ਅੰਦਰ ਇੱਕ ਕੰਡੀਸ਼ਨ ਚੇਂਜ ਕਰਨ ਲੱਗਿਆ, ਉਹ ਗੱਲ ਧਿਆਨ ਨਾਲ ਸਮਝ ਲਿਓ ਸਾਰੇ ਜਾਣੇ, ਠੀਕ ਹੈ। ਆਪਾਂ ਇੱਕ ਐਂਗਲ ਡਿਫਾਈਨ ਕਰਨ ਲੱਗੇ, ਐਂਗਲ ਉਹਨੇ ਕਿਹੜਾ ਲੈਣਾ, ਇੱਕ ਐਲਫਾ ਸਿੰਬਲ ਡਿਫਾਈਨ ਕਰਨ ਲੱਗੇ। ਕਿਹੜਾ ਹੋਏਗਾ ਉਹ ਸਮਝਿਓ ਗੱਲ ਧਿਆਨ ਨਾਲ ਕਿ ਜੇ ਆ ਮੈਂ ਚਲੋ ਪਹਿਲੇ ਇੱਕ ਵਾਰੀ ਫਿਗਰ 'ਚ ਦੱਸਦਾ ਤੁਹਾਨੂੰ, ਠੀਕ ਹੈ, ਫਿਗਰ ਤੋਂ ਜ਼ਿਆਦਾ ਬੈਟਰ ਕਲੀਅਰ ਹੋ ਜਾਏਗਾ। ਜੇ ਆ ਮੰਨ ਲਓ ਮੇਰੇ ਕੋਲ ਇੱਕ ਰੀਜਨ 'ਚ ਤੁਸੀਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ और इस मैग्नेटिक फील्ड के अंदर में अपनी कोई रेक्टेंगुलर कॉइल इस वे ना दिखाना पे आ रखी हुई है। ये मेरी रेक्टेंगुलर कॉइल हो गई, उत्थे बड़े साइज च दिखाती ते स्मॉल साइज च दिखाती। इस कॉइल दे तुसी एस च एक परपेंडिकुलर ड्रा करो, मतलब ਅਸੀਂ ਕਹਿੰਦੇ ਕਿ ਵੀ ਜਿਹੜੀ रेक्टेंगुलर कॉइल आ ਉਹਦਾ ਇੱਕ नॉर्मल ड्रा करो, ਉਹਦਾ ਇੱਕ परपेंडिकुलर और नॉर्मल ने, ठीक है, नॉर्मल ने मैग्नेटिक फील्ड ਦੇ ਨਾਲ नॉर्मल वाली लाइन ने मैग्नेटिक फील्ड वाली लाइन ना जेड़ा एंगल बनाना, इस एंगल ਨੂੰ ਅਸੀਂ अल्फा ਕਹਿਣ ਲੱਗੇ, ठीक है। जेड़ा प्लेन ऑफ कॉइल ने, ठीक है, जेड़ा प्लेन ऑफ कॉइल ने आज ऊपर दिखाया सी, जेड़ा प्लेन ऑफ कॉइल आ प्लेन ऑफ कॉइल दी लाइन सीगी, ਇਹਨੇ मैग्नेटिक फील्ड ਨਾਲ ਜਿਹੜਾ एंगल ਬਣਾਇਆ ਉਹਨੂੰ थीटा किया। कॉइल ने मैग्नेटिक फील्ड ਨਾਲ एंगल ਜਿਹੜਾ ਬਣਾਉਣਾ ਉਹ थीटा ਵਾ, ਤੇ ਜੇ कॉइल ਦਾ परपेंडिकुलर ਲੈ ਕੇ ਉਹਦਾ मैग्नेटिक फील्ड ਨਾਲ एंगल ਲਵਾਂ ਤੇ ਉਹ अल्फा वा। ਇਹਦਾ ਮਤਲਬ ਜੇ ਮੈਂ ਐਸਐਚ ਆ ਲੈ ਕੇ ਚੱਲਾਂ ਕਿ ਆ ਐਂਗਲ ਜਿਹੜਾ ਪਲੇਨ ਆਫ ਕੋਇਲ ਨੇ ਬਣਾਇਆ ਆ ਮੇਰਾ ਥੀਟਾ ਹੋ ਗਿਆ, ਪਲੇਨ ਆਫ ਕੋਇਲ ਨੇ ਮੈਗਨੈਟਿਕ ਐਂਗਲ ਥੀਟਾ ਬਣਾਇਆ, ਠੀਕ ਹੈ, ਤੇ ਜਿਹੜਾ ਨਾਰਮਲ ਟੂ ਦਾ ਪਲੇਨ ਆਫ ਕੋਇਲ ਆ ਇਹਨੇ ਮੈਗਨੈਟਿਕ ਐਂਗਲ ਅਲਫਾ ਬਣਾਇਆ, ਸੱਚ ਦੈਟ ਅਲਫਾ ਪਲੱਸ ਥੀਟਾ ਮਿਲ ਕੇ 90 ਡਿਗਰੀ ਆ। ਹੁਣ ਇਹਨੂੰ ਸਮਝਾਉਣ ਲਈ ਇਹਦਾ ਦੱਸਣ ਲੱਗਿਆ, ਜੇ ਮੈਂ ਆਪਣੇ ਹੱਥ ਨੂੰ ਗਿਣ ਕੇ ਚੱਲਾਂ ਕਿ ਆ ਪਲੇਨ ਆਫ ਕੋਇਲ ਆ ਮੇਰਾ ਹੱਥ ਪਲੇਨ ਆਫ ਕੋਇਲ ਆ ਤੇ ਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਆ, बैक पेन मेरा मैग्नेटिकल दी डायरेक्शन आ, ते जेड़ा प्लेन ऑफ कॉइल आ, जे इत्थे देखो ध्यान नाल आ प्लेन ऑफ कॉइल हो गया, इहने मैग्नेटिक फील्ड नाल जेड़ा एंगल बनाना ये एस एच मेरा थीटा वा। जे मैं इस प्लेन दे एक नॉर्मल ड्रॉ करा आ परपेंडिकुलर, ते इस परपेंडिकुलर ने कट जो पेन बसाने बड़े औखे आ, जे मैं आ लैके चला कि जेड़ा आ प्लेन ऑफ कॉइल इन्ना एंगल बनांदी आ मेरा एंगल थीटा वा, ते जेड़ा मेरे को एसएच आ नॉर्मल ड्रॉ कीता कॉइल दे प्लेन दे, इस नॉर्मल ने मैग्नेटिक फील्ड जेड़ा एंगल बनाना ये एंगल मेरा अल्फा, इस प्लेन ऑफ कॉइल ने जेड़ा मैग्नेटिक फील्ड एंगल बनाया ये एंगल मेरा थीटा, ते आ थीटा प्लस अग्यो अल्फा ये दोनों मिलके मेरे को 90 डिग्री बनू। Yes, sir. Yes, sir. इनु आपा डिफाइन Yes, sir. इस लाइन ਨੂੰ ਆਪਾਂ ਇਦਾਂ ਡਿਫਾਈਨ ਕਰ ਦਿੰਨੇ, ਇੱਕ ਵੇਰੀਏਬਲ ਆਪਾਂ ਇੰਟਰੋਡਿਊਸ ਕਰਦੇ ਪਏ ਅਲਫਾ ਵਾਲਾ, ਉਹਦੇ ਲਈ ਆਪਾਂ ਲਾਈਨਾਂ ਲਿਖ ਦਿੰਨੇ। ਚਲੋ ਇੱਥੇ ਕਰ ਲਿਆ, ਲਾਸਟ ਸਟੈਪ ਸੀ ਹੈਗੀ ਉਹਦਾ, if alpha is the angle which normal drawn on plane of coil, which normal drawn on plane of coil makes with magnetic field, line पे दोबारा रिपीट कर रहा, if alpha is the angle किने बनाया
ਨਾਰਮਲ ਡਰਾਨ ਔਨ ਪਲੇਨ ਆਫ ਕੋਇਲ, ਜਿਹੜਾ ਪਲੇਨ ਆਫ ਕੋਇਲ ਤੇ ਨਾਰਮਲ ਡਰਾ ਕੀਤਾ ਉਹਨੇ ਬਣਾਇਆ, ਕਿਹਦੇ ਨਾਲ ਬਣਾਇਆ? ਵਿਦ ਮੈਗਨੈਟਿਕ ਫੀਲਡ। ਦੈਨ ਆਪਣੇ ਕੋਲ ਕੰਡੀਸ਼ਨ ਇਹ ਆ ਜਾਏਗੀ ਥੀਟਾ ਪਲਸ ਐਲਫਾ ਇਕੁਅਲ ਟੂ 90 ਤੇ देयरफॉर थीटा इक्वल टू 90 माइनस अल्फा। इतना क्लियर? देयरफॉर जे इथे ਆਪਾਂ ਫੇਰ ਦੁਬਾਰਾ ਟਾਰਕ ਲਿਖ ਦਈਏ, ਆ ਥੀਟਾ ਦੀ ਥਾਂ ਤੇ 90 ਮਾਈਨਸ ਅਲਫਾ ਲਿਖ ਲਵਾਂ ਤੇ ਟਾਰਕ ਦਾ ਫਾਰਮੂਲਾ mv cos ਆਫ 90 ਮਾਈਨਸ ਅਲਫਾ ਆ ਜਾਏਗਾ ਤੇ cos 90 ਮਾਈਨਸ ਥੀਟਾ ਨੂੰ ਅਸੀਂ sin ਥੀਟਾ ਕਹਿੰਦੇ ਆ। ਇਹ ਨਾਲ cos 90 ਮਾਈਨਸ ਅਲਫਾ ਮੇਰਾ sin ਅਲਫਾ ਬਣ ਜੂ। Yes, sir. देखिए लिख रहे होंगे देयरफॉर अपने को जेड़ा टॉर्क होएगा, देयरफॉर अपने को जेड़ा टॉर्क होएगा उसका फार्मूला mv sin अल्फा आ जाएगा। आ क्लियर है? और जे इनु वेक्टर फॉर्म मैग्नेटिक डाइपोल मोमेंट भी वेक्टर क्वांटिटी है, मैग्नेटिक फील्ड भी वेक्टर क्वांटिटी और एंगल मेरे को sin आया, दो वेक्टर ना sin एंगल आ जाए तो इनु क्रॉस प्रोडक्ट लिख सकते हो। तो देयरफॉर साडे को टॉर्क वेक्टर इक्वल टू m वेक्टर क्रॉस b वेक्टर आ जाएगा। क्या आप फार्मूला क्लियर? Yes, sir. Yes, sir. इतना क्लियर है सारिਆਂ ਨੂੰ? Yes, sir. Yes, sir. Yes, sir. चल सो ਇਹਦੇ ਅਕੋਰਡਿੰਗਲੀ ਤੁਹਾਡੇ